ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਸੁਖਚਿੰਤ ਕੌਰ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਕਹਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਜੀ, ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ। ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਸਨ, ਸੋ ਮੈਂ ਬਹੁਤ ਉਤਸ਼ਾਹਿਤ ਸੀ ਕਿ ਮੈਂ ਇਹ ਛੁੱਟੀਆਂ ਕਿਤੇ ਬਾਹਰ ਇਕਾਂਤ ਜਗ੍ਹਾ 'ਤੇ ਜਾ ਕੇ ਬਤੀਤ ਕਰਾਂ, ਕਿਉਂਕਿ ਇੱਕ ਲੇਖਿਕਾ ਹੋਣ ਦੇ ਨਾਤੇ ਮੇਰੇ ਕੋਲ ਹਲੇ ਕੁਝ ਖਾਸ ਲਿਖਣ ਲਈ ਨਹੀਂ ਸੀ। ਇਸ ਲਈ ਮੈਂ ਸੋਚਿਆ ਆਪਣੇ ਰੋਜ਼ ਦੇ ਰੁਝੇਵੇਂ ਛੱਡ ਕੇ ਕਿਤੇ ਬਾਹਰ ਜਾਂਦੀ ਹਾਂ ਤੇ ਸ਼ਾਇਦ ਹੋ ਸਕਦਾ ਕਿ ਕੁਝ ਨਵਾਂ ਮਿਲ ਜਾਏ ਲਿਖਣ ਲਈ। ਮੇਰੀ ਇਹ ਤਮੰਨਾ ਬੜੀ ਜਲਦੀ ਪੂਰੀ ਵੀ ਹੋ ਗਈ, ਕਿਉਂਕਿ ਮੇਰੇ ਪਤੀ ਬਿਜਲੀ ਬੋਰਡ ਵਿੱਚ ਕਲਰਕ ਦੇ ਅਹੁਦੇ 'ਤੇ ਤਾਇਨਾਤ ਹਨ ਤੇ ਉਹਨਾਂ ਦੀ ਟਰਾਂਸਫਰ ਹੀ ਅਜਿਹੀ ਜਗ੍ਹਾ 'ਤੇ ਹੋ ਗਈ ਜਿਹੜੀ ਮੇਰੇ ਦਿਲ ਨੂੰ ਛੂਹ ਗਈ। ਉਹ ਜਗ੍ਹਾ ਸੀ ਰੋਪੜ। ਆਸ-ਪਾਸ ਬਿਲਕੁਲ ਸ਼ਾਂਤੀ ਸੀ, ਇੱਕ ਕਲੋਨੀ ਬਣੀ ਹੋਈ ਸੀ। ਮੈਂ ਇੱਕ ਲੇਖਿਕਾ ਹਾਂ, ਇਸ ਲਈ ਮੈਂ ਘਰ ਤੋਂ ਬਾਹਰ ਘੱਟ ਹੀ ਨਿਕਲਦੀ ਸੀ ਤੇ ਆਪਣੇ ਹੀ ਖਿਆਲਾਂ 'ਚ ਖੋਈ ਰਹਿੰਦੀ ਸੀ। ਬੱਚਾ ਹਲੇ ਕੋਈ ਹੈ ਨਹੀਂ ਸੀ, ਕਿਉਂਕਿ ਸਾਡੇ ਵਿਆਹ ਨੂੰ ਹਜੇ 7 ਮਹੀਨੇ ਹੀ ਹੋਏ ਸਨ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ, ਤੂੰ ਇਕੱਲੀ ਘਰ ਵਿੱਚ ਬੋਰ ਹੋ ਜਾਂਦੀ ਹੋਵੇਂਗੀ, ਕਿਤੇ ਬਾਹਰ ਘੁੰਮ ਆਇਆ ਕਰ, ਦਿਲ ਲੱਗ ਜਾਊਗਾ। ਪਰ ਮੈਨੂੰ ਬਾਹਰ ਜਾਣਾ ਚੰਗਾ ਨਹੀਂ ਸੀ ਲੱਗਦਾ। ਇਸ ਲਈ ਇੱਕ ਦਿਨ ਮੈਂ ਘਰ ਦੇ ਬਾਹਰ ਬਣੇ ਪਾਰਕ ਵਿੱਚ ਹੀ ਬੈਠ ਕੇ ਇੱਧਰ ਉੱਧਰ ਟਾਈਮ ਪਾਸ ਕਰਨ ਲੱਗ ਪਈ ਤੇ ਮਨ 'ਚ ਸੋਚਣ ਲੱਗੀ ਕਿ ਆਸ-ਪਾਸ ਕਿੰਨੀ ਸ਼ਾਂਤੀ ਹੈ। ਪਰ ਮੇਰੀ ਇਹ ਸ਼ਾਂਤੀ ਬਹੁਤ ਜਲਦੀ ਭੰਗ ਹੋ ਗਈ। ਮੈਂ ਨਾਲ ਦੇ ਇੱਕ ਘਰ ਦੀ ਖਿੜਕੀ ਖੁੱਲ੍ਹੀ ਵੇਖੀ, ਜਿਸ ਵਿੱਚੋਂ ਕੁਝ ਆਵਾਜ਼ਾਂ ਆ ਰਹੀਆਂ ਸਨ। ਇਹਨੂੰ ਅਕਲ ਦੀ ਕਮੀ ਆ, ਜਦੋਂ ਤੱਕ ਕੋਈ ਕੰਮ ਆਪ ਨਾ ਕਹੋ ਕਰਨ ਲਈ, ਉਦੋਂ ਤੱਕ ਨਹੀਂ ਕਰਦੀ। ਟੋਕਾ ਟਕਾਈ ਕਰਕੇ ਕੰਮ ਕਰਵਾਉਣਾ ਪੈਂਦਾ। ਮੈਂ ਇਹੋ ਜਿਹੀਆਂ ਆਵਾਜ਼ਾਂ ਸੁਣ ਕੇ ਆਪਣੀ ਕੁਰਸੀ ਤੋਂ ਉੱਠ ਗਈ। ਮਨ ਵਿੱਚ ਬਹੁਤ ਬੇਚੈਨੀ ਮਹਿਸੂਸ ਹੋ ਰਹੀ ਸੀ। ਇਹ ਸ਼ਬਦ ਕਿਸ ਨੂੰ ਕਹੇ ਜਾ ਰਹੇ ਸੀ? ਕੌਣ ਰਹਿੰਦਾ ਹੋਵੇਗਾ ਇਸ ਘਰ 'ਚ? ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆ ਰਹੇ ਸੀ, ਜਿਨ੍ਹਾਂ ਦਾ ਜਵਾਬ ਸੁਣਨ ਲਈ ਮੈਂ ਬਹੁਤ ਉਤਾਵਲੀ ਹੋ ਰਹੀ ਸੀ। ਮੈਂ ਆਪਣੀ ਕੁਰਸੀ ਤੋਂ ਉੱਠ ਕੇ ਖਿੜਕੀ ਦੇ ਨਾਲ ਲੱਗ ਕੇ ਖੜੀ ਹੋ ਗਈ। ਵੈਸੇ ਤਾਂ ਕਿਸੇ ਦੀਆਂ ਗੱਲਾਂ ਸੁਣਨਾ ਬਹੁਤ ਬੁਰੀ ਗੱਲ ਹੁੰਦੀ ਆ, ਸਾਨੂੰ ਬਚਪਨ 'ਚ ਸਿਖਾਇਆ ਜਾਂਦਾ ਹੈ। ਪਰ ਮੈਂ ਜਾਣਦੀ ਸੀ ਕਿ ਇਹ ਗਲਤ ਹੈ, ਪਰ ਫਿਰ ਵੀ ਖਿੜਕੀ ਦੇ ਨਾਲ ਲੱਗ ਕੇ ਖੜੀ ਵੀ ਹੋ ਗਈ ਤੇ ਖਿੜਕੀ ਖੁੱਲ੍ਹੀ ਹੋਣ ਕਰਕੇ ਮੈਂ ਚੋਰੀ ਜਿਹੇ ਹੌਲੀ-ਹੌਲੀ ਅੰਦਰ ਵੇਖਣ ਦੀ ਕੋਸ਼ਿਸ਼ ਵੀ ਕਰਨ ਲੱਗੀ ਤੇ ਅੰਦਰ ਜੋ ਮੈਂ ਵੇਖਿਆ ਮੇਰੀ ਸਮਝ ਤੋਂ ਬਾਹਰ ਸੀ। ਅੰਦਰ ਇੱਕ ਔਰਤ ਚੁੱਪਚਾਪ ਮੰਜੇ 'ਤੇ ਮੂੰਹ ਲਟਕਾਈ ਬੈਠੀ ਸੀ ਤੇ ਉਸ ਦੇ ਕੋਲ ਹੀ ਇੱਕ ਬਜ਼ੁਰਗ ਔਰਤ ਮੰਜੇ 'ਤੇ ਬੈਠੀ ਸੀ, ਜਿਹੜੀ ਕਿ ਵੇਖ ਕੇ ਲੱਗ ਰਿਹਾ ਸੀ ਕਿ ਇਹ ਬਜ਼ੁਰਗ ਔਰਤ ਦੂਸਰੀ ਔਰਤ ਨੂੰ ਝਿੜਕ ਰਹੀ ਸੀ। ਪਰ ਕਿਉਂ? ਪਤਾ ਨਹੀਂ, ਸਮਝ ਕੁਝ ਵੀ ਨਹੀਂ ਸੀ ਆਇਆ। ਫਿਰ ਮੈਂ ਆਪ ਹੀ ਅੰਦਾਜ਼ਾ ਲਗਾਇਆ ਕਿ ਹੋ ਸਕਦਾ ਇਹ ਨੂੰਹ ਸੱਸ ਹੋਣ, ਪਰ ਪਤਾ ਨਹੀਂ। ਕੁਝ ਦਿਨ ਬੀਤੇ, ਪਰ ਮੇਰੀ ਬੇਚੈਨੀ ਬਰਕਰਾਰ ਰਹੀ। ਮੇਰਾ ਦਿਲ ਕਰਦਾ ਸੀ ਕਿ ਮੈਂ ਉਸ ਔਰਤ ਨੂੰ ਜਿਹੜੀ ਮੂੰਹ ਲਟਕਾਈ ਬੈਠੀ ਸੀ, ਉਸ ਤੋਂ ਕੁਝ ਸਵਾਲ ਕਰਾਂ, ਪਰ ਮੌਕਾ ਨਹੀਂ ਮਿਲ ਰਿਹਾ ਸੀ। ਰੋਜ਼ ਉਹਨਾਂ ਦੀ ਖਿੜਕੀ ਖੁੱਲ੍ਹੀ ਹੁੰਦੀ ਤੇ ਰੋਜ਼ ਆਵਾਜ਼ਾਂ ਸੁਣਦੀਆਂ, ਜਿਹੜੀ ਮੇਰੀ ਬੇਚੈਨੀ ਤੇ ਉਤਸੁਕਤਾ ਨੂੰ ਹੋਰ ਵਧਾ ਦਿੰਦੀਆਂ ਸਨ। ਮੈਂ ਮੌਕੇ ਦੀ ਤਲਾਸ਼ ਕਰਨ ਲੱਗੀ, ਰੋਜ਼ ਪਾਰਕ ਵਿੱਚ ਬੈਠਣ ਲੱਗੀ, ਉਸ ਮੂੰਹ ਲਟਕਾਉਣ ਵਾਲੀ ਔਰਤ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗੀ। ਮੈਂ ਸੋਚਿਆ ਕਦੇ ਨਾ ਕਦੇ ਤਾਂ ਬਾਹਰ ਆਏਗੀ ਹੀ, ਫਿਰ ਮੈਂ ਉਸ ਨਾਲ ਉਹ ਸਾਰੀਆਂ ਗੱਲਾਂ ਕਰੂੰਗੀ ਜਿਹੜੀਆਂ ਮੇਰੇ ਦਿਲ 'ਚ ਨੇ। ਘੱਟੋ ਘੱਟ 20-25 ਦਿਨ ਲੰਘ ਗਏ ਇੰਤਜ਼ਾਰ ਕਰਦਿਆਂ। ਆਖਿਰ ਉਹ ਔਰਤ ਇੱਕ ਦਿਨ ਬਾਹਰ ਆਈ। ਸ਼ਾਮ ਦੇ ਸਮੇਂ ਮੈਂ ਵੇਖਿਆ ਉਸ ਦੇ ਹੱਥ 'ਚ ਡਸਟਬਿਨ ਸੀ। ਸ਼ਾਇਦ ਬਾਹਰ ਪਏ ਹੋਏ ਗਾਰਬੇਜ ਬਾਕਸ ਵਿੱਚ ਡਸਟਬਿਨ ਖਾਲੀ ਕਰਨ ਆਈ ਹੋਵੇਗੀ। ਖਾਲੀ ਕਰਕੇ ਮੁੜਨ ਲੱਗੀ ਤੇ ਮੈਂ ਉਸ ਦੇ ਅੱਗੇ ਖੜੀ ਹੋ ਗਈ। ਉਸਨੇ ਮੇਰੇ ਵੱਲ ਹੈਰਾਨੀ ਨਾਲ ਵੇਖਿਆ ਤੇ ਮੈਂ ਹਾਈ ਹੈਲੋ ਕਰਨ ਤੋਂ ਬਾਅਦ ਆਪਣਾ ਨਾਮ ਦੱਸਿਆ, ਨਾਲ ਹੀ ਇਹ ਵੀ ਦੱਸਿਆ ਕਿ ਮੈਂ ਇੱਕ ਲੇਖਿਕਾ ਹਾਂ। ਫਿਰ ਉਂਗਲੀ ਦਾ ਇਸ਼ਾਰਾ ਕਰਕੇ ਨਾਲ ਵਾਲਾ ਘਰ ਦਿਖਾਉਂਦਿਆਂ ਕਿਹਾ, ਮੈਂ ਉਸ ਨਾਲ ਵਾਲੇ ਘਰ 'ਚ ਰਹਿੰਦੀ ਹਾਂ। ਉਸਨੇ ਕੋਈ ਦਿਲਚਸਪੀ ਨਾ ਦਿਖਾਈ, ਮੇਰੀ ਹੈਲੋ ਹਾਏ ਦਾ ਜਵਾਬ ਦੇ ਦਿੱਤਾ। ਫਿਰ ਉਹ ਜਾਣ ਲੱਗੀ। ਮੈਂ ਰੁਕਣ ਲਈ ਕਿਹਾ ਤੇ ਨਾਲ ਹੀ ਉਸ ਨਾਲ ਗੱਲ ਕਰਨ ਦੀ ਉਤਸੁਕਤਾ ਵਿਖਾਈ। ਰੁਕਣ ਲਈ ਬਹੁਤ ਵਾਰ ਕਿਹਾ। ਫਿਰ ਕਿਤੇ ਜਾ ਕੇ ਉਹ ਪਾਰਕ ਵਿੱਚ ਪਏ ਹੋਏ ਬੈਂਚ 'ਤੇ ਬੈਠੀ, ਪਰ ਵੇਖ ਕੇ ਲੱਗ ਰਿਹਾ ਸੀ ਕਿ ਉਸਦਾ ਮਨ ਨਹੀਂ ਸੀ ਉੱਥੇ ਬੈਠਣ ਦਾ। ਪਰ ਕਿਵੇਂ ਵੀ ਸੀ, ਮੇਰੇ ਲਈ ਤਾਂ ਚੰਗਾ ਹੀ ਹੋਇਆ। ਆਖਿਰ ਉਸ ਨਾਲ ਗੱਲ ਕਰਨ ਦਾ ਮੌਕਾ ਜੋ ਮਿਲ ਗਿਆ ਸੀ। ਮੈਂ ਹੌਲੀ-ਹੌਲੀ ਉਸ ਨਾਲ ਹਾਸੇ ਮਜ਼ਾਕ ਵਾਲੀਆਂ ਗੱਲਾਂ ਤੋਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਜਿਸ ਨਾਲ ਉਹ ਥੋੜ੍ਹਾ ਮੇਰੇ ਨਾਲ ਹੱਸਣ ਬੋਲਣ ਲੱਗ ਪਈ।
ਇਸ ਤਰ੍ਹਾਂ ਕਰਦੇ ਕਰਦੇ ਮੈਂ ਉਸਨੂੰ ਹੌਲੀ-ਹੌਲੀ ਆਪਣੇ ਦਿਲ 'ਚ ਉੱਠ ਰਹੇ ਮੇਨ ਮੁੱਦੇ ਜਿਨ੍ਹਾਂ ਉੱਪਰ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਉਹਨਾਂ ਵੱਲ ਲੈ ਗਈ। ਉਹ ਥੋੜ੍ਹਾ ਉਦਾਸ ਹੋ ਗਈ। ਮੈਨੂੰ ਲੱਗਿਆ ਕਿ ਮੈਨੂੰ ਇਹ ਸਭ ਨਹੀਂ ਪੁੱਛਣਾ ਚਾਹੀਦਾ ਸੀ। ਫਿਰ ਮੈਂ ਸੌਰੀ ਕਹਿ ਦਿੱਤਾ। ਉਹ ਰੋਣ ਲੱਗ ਪਈ ਤੇ ਰੋਂਦੀ ਹੋਈ ਨੇ ਕਿਹਾ, ਨਹੀਂ ਕੋਈ ਗੱਲ ਨਹੀਂ, ਸੌਰੀ ਨਾ ਆਖੋ, ਤੁਸੀਂ ਸਹੀ ਸਵਾਲ ਪੁੱਛਿਆ। ਹੁਣ ਸ਼ਾਇਦ ਮੇਰਾ ਮਨ ਥੋੜ੍ਹਾ ਹਲਕਾ ਵੀ ਹੋ ਜਾਵੇ। ਮੈਂ ਉਸ ਵੱਲ ਵੇਖਦੀ ਰਹੀ। ਉਹ ਥੋੜ੍ਹਾ ਚਿਰ ਰੋਂਦੀ ਰਹੀ ਤੇ ਫਿਰ ਥੋੜ੍ਹਾ ਸੰਭਲ ਕੇ ਉਸਨੇ ਆਪਣੀ ਗੱਲ ਸ਼ੁਰੂ ਕੀਤੀ। ਉਹ ਸਾਹਮਣੇ ਲੱਗੇ ਫੁੱਲਾਂ ਵੱਲ ਵੇਖਣ ਲੱਗ ਪਈ ਤੇ ਉਸਨੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੀਆਂ 3 ਭੈਣਾਂ 'ਚੋਂ ਸਭ ਤੋਂ ਛੋਟੀ ਹਾਂ। ਮੇਰਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਘਰ 'ਚ ਸਭ ਤੋਂ ਛੋਟੀ ਹੋਣ ਕਰਕੇ ਮੈਂ ਲਾਡਲੀ ਬਹੁਤ ਸੀ। ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ। ਮੈਂ ਅਜੇ BA ਕਰ ਰਹੀ ਸੀ ਜਦੋਂ ਮੇਰਾ ਵਿਆਹ ਹੋ ਗਿਆ। ਮੈਂ ਹਲੇ ਹੋਰ ਪੜ੍ਹਨਾ ਚਾਹੁੰਦੀ ਸੀ ਪਰ ਘਰ ਦੀਆਂ ਮਜਬੂਰੀਆਂ ਅੱਗੇ ਮੇਰੀ ਕੋਈ ਪੇਸ਼ ਨਾ ਗਈ। ਮੇਰਾ ਪਿਓ ਬਹੁਤ ਗਰੀਬ ਸੀ। ਜਿੰਨਾ ਸਰਦਾ ਬਣਦਾ ਸੀ ਮੇਰੇ ਪਿਓ ਨੇ 2 ਭੈਣਾਂ ਦੇ ਵਿਆਹ ਕਰ ਦਿੱਤੇ। ਉਹ ਘੱਟ ਪੜ੍ਹੀਆਂ ਸਨ ਕਿਉਂਕਿ ਸਾਡੇ ਘਰ 'ਚ ਗਰੀਬੀ ਬਹੁਤ ਸੀ ਤੇ ਮੇਰੇ ਬਾਪ ਦੀ ਇੰਨੀ ਹੈਸੀਅਤ ਹੈ ਨਹੀਂ ਸੀ ਕਿ ਸਾਨੂੰ ਤਿੰਨਾਂ ਨੂੰ ਬਰਾਬਰ ਦੀ ਤਾਲੀਮ ਦਿਵਾ ਸਕਦਾ। ਮੈਂ ਸਭ ਤੋਂ ਛੋਟੀ ਸੀ। ਪੜ੍ਹਨ ਦਾ ਸ਼ੌਂਕ ਵੀ ਸੀ। ਮੈਂ ਕਿਵੇਂ ਨਾ ਕਿਵੇਂ ਆਪਣੇ ਪਿਓ ਨੂੰ 12 ਕਰਨ ਤੋਂ ਬਾਅਦ ਅੱਗੇ ਪੜ੍ਹਾਉਣ ਲਈ ਮਨਾ ਲਿਆ। ਉਹ ਮੰਨ ਵੀ ਗਏ। ਮੇਰੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਸੀ। ਘਰ ਤੋਂ ਕਾਲਜ ਤੇ ਕਾਲਜ ਤੋਂ ਘਰ, ਹਰ ਵਕਤ ਪੜ੍ਹਾਈ ਦੀਆਂ ਗੱਲਾਂ ਤੇ ਪੜ੍ਹਾਈ 'ਚ ਧਿਆਨ। ਫਿਰ ਤੁਹਾਨੂੰ ਪਤਾ ਹੀ ਆ, ਕੁੜੀਆਂ ਪੜ੍ਹਦੀਆਂ ਨੂੰ ਕੌਣ ਜਰਦਾ। ਆਸ-ਪਾਸ ਦੇ ਲੋਕ ਮੇਰੇ ਪਿਓ ਨੂੰ ਕਹਿਣ ਲੱਗ ਪਏ, ਕੁੜੀਆਂ ਕਾਲਜ 'ਚ ਜਾ ਕੇ ਖਰਾਬ ਹੋ ਜਾਂਦੀਆਂ। ਤੂੰ ਕਿਹੜਾ ਕੁੜੀ ਨੂੰ ਪੜ੍ਹਾ ਕੇ DC ਲਵਾ ਲੈਣਾ। ਜ਼ਮਾਨਾ ਬਹੁਤ ਮਾੜਾ। ਇਹ ਜਵਾਨ ਹੋਈ ਜਾਂਦੀ ਆ। ਇਸ ਤੋਂ ਪਹਿਲਾਂ ਕਿ ਇਹ ਤੇਰੀ ਇੱਜ਼ਤ ਖਰਾਬ ਕਰੇ, ਇਹਦੇ ਹੱਥ ਪੀਲੇ ਕਰ ਦੇ। ਉਂਗਲਾਂ ਲਾਉਣ ਵਾਲਿਆਂ ਨੇ ਸਾਡੇ ਘਰੇ ਫੇਰਾ ਪਾਈ ਰੱਖਿਆ ਤੇ ਅਖੀਰ ਮੇਰਾ ਪਿਓ ਉਹਨਾਂ ਦੇ ਮਗਰ ਲੱਗ ਗਿਆ। ਬਸ ਫਿਰ ਕੀ ਸੀ, ਕੁਝ ਹੀ ਦਿਨਾਂ 'ਚ ਮੁੰਡਾ ਭਾਲ ਕੇ ਮੇਰਾ ਵਿਆਹ ਕਰ ਦਿੱਤਾ। ਸਹੁਰੇ ਆ ਗਈ। ਪੜ੍ਹਾਈ ਲਿਖਾਈ ਦਾ ਸੁਪਨਾ ਹੀ ਰਹਿ ਗਿਆ। ਇੰਨਾ ਆਖ ਉਹ ਉੱਚੀ-ਉੱਚੀ ਰੋਣ ਲੱਗ ਪਈ। ਫਿਰ ਬੋਲੀ, ਸਹੁਰੇ ਉਸ ਤੋਂ ਵੀ ਸਲੱਗ ਨਿਕਲੇ। ਘਰੇ ਸਾਸਾ, ਕੋਰੀ ਅਨਪੜ੍ਹ, ਜਿਹਨੂੰ ਚੁਗਲੀਆਂ ਕਰਨਾ, ਕੰਮ ਕਰਦਿਆਂ ਟੋਕਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। 2 ਨਨਾਣਾਂ, ਇੱਕ ਵਿਆਹੀ ਤੇ ਇੱਕ ਕੁਆਰੀ। ਜਿਹੜੀ ਕੁਆਰੀ ਉਹ ਹੱਥ 'ਚ ਪੜ੍ਹਨ ਦੇ ਬਹਾਨੇ ਕਿਤਾਬਾਂ ਰੱਖਦੀ ਪਰ ਪੂਰੀ ਕੰਮਚੋਰ। ਵਿਆਹੀ ਨਨਾਣ ਨੇੜੇ ਵਿਆਹੀ ਹੋਣ ਕਰਕੇ ਹਰ ਤੀਜੇ ਕੁ ਦਿਨ ਮਿਲਣ ਆਈ ਰਹਿੰਦੀ। ਕਹਿੰਦੀ ਦਿਲ ਕਰਦਾ ਸੀ ਮੰਮੀ ਡੈਡੀ ਨੂੰ ਵੇਖਣ ਤੇ ਮਿਲਣ ਨੂੰ। ਸਹੁਰਾ ਮੀਸਣਾ, ਸੱਸ ਦੇ ਇਸ਼ਾਰਿਆਂ ਤੇ ਚੱਲਦਾ। ਜੇ ਕਹਿੰਦੀ ਧੁੱਪੇ ਬਹਿ ਜਾ, ਧੁੱਪੇ ਬਹਿ ਜਾਊ ਤੇ ਜੇ ਛਾਵੇਂ ਬਿਠਾ ਦਿਓ ਤੇ ਚੁੱਪ-ਚਾਪ ਛਾਵੇਂ ਬਹਿ ਜਾਊ। ਮੈਨੂੰ ਉਹਦੀਆਂ ਗੱਲਾਂ ਸੁਣ ਕੇ ਉਹਦੇ ਸਹੁਰਿਆਂ ਤੇ ਬਹੁਤ ਹਰਖ ਚੜ੍ਹ ਰਿਹਾ ਸੀ ਪਰ ਮੈਂ ਚੁੱਪ-ਚਾਪ ਬੈਠੀ ਉਹਦੀ ਗੱਲ ਸੁਣਦੀ ਰਹੀ। ਫਿਰ ਉਸ ਅੱਗੇ ਕਿਹਾ, ਇੱਕ ਪਤੀ ਜਿਹੜਾ ਸਿਰਫ ਆਪਦੀ ਡਿਊਟੀ ਦਾ ਚੇਲਾ, ਕਹਿੰਦਾ ਮੈਂ ਬਿਜ਼ੀ ਰਹਿਣਾ। ਬਚੀ ਇਕੱਲੀ ਮੈਂ ਹਰ ਵਕਤ ਕਿਤਾਬਾਂ ਨਾਲ ਮੋਹ ਕਰਨ ਵਾਲੀ। ਘਰ ਦੇ ਕੰਮਾਂ ਨਾਲ ਕਦੋਂ ਮੋਹ ਪੈ ਗਿਆ ਪਤਾ ਹੀ ਨਹੀਂ ਲੱਗਾ। ਦਿਲ ਲਗਾ ਕੇ ਪੜ੍ਹਨ ਵਾਲੀ, ਹੱਥ 'ਚ ਕਾਪੀ ਪੈਨ ਰੱਖਣ ਵਾਲੀ, ਕਦੋਂ ਹਰ ਵਕਤ ਹੱਥ 'ਚ ਝਾੜੂ ਤੇ ਚੱਕਲਾ ਵੇਲਣਾ ਰਹਿਣ ਲੱਗ ਪਿਆ, ਜਮਾਂ ਪਤਾ ਨਹੀਂ ਲੱਗਾ। ਜਦੋਂ ਪੇਕੇ ਜਾਣ ਦੀ ਗੱਲ ਕਰਦੀ, ਪਤੀ ਦੇਵ ਦਾ ਹੁਕਮ ਹੁੰਦਾ, ਘਰੇ ਕੰਮ ਦਾ ਔਖਾ, ਛੋਟੀ ਤਾਂ ਹਜੇ ਪੜ੍ਹਦੀ ਆ, ਘਰ ਦਾ ਨਹੀਂ ਸਰਦਾ। ਵੈਸੇ ਵੀ ਜਦੋਂ ਤੱਕ ਕੁੜੀਆਂ ਕੁਆਰੀਆਂ ਹੁੰਦੀਆਂ ਉਦੋਂ ਤੱਕ ਹੀ ਪੇਕਿਆਂ ਦਾ ਮੋਹ ਹੁੰਦਾ। ਵਿਆਹ ਤੋਂ ਬਾਅਦ ਤਾਂ ਸੱਸ ਸਹੁਰਾ ਹੀ ਆਪਦੇ ਮਾਂ-ਬਾਪ ਹੁੰਦੇ ਆ, ਇਹਨਾਂ ਦੀ ਸੇਵਾ ਕਰ। ਮੈਂ ਕੌੜਾ ਘੁੱਟ ਭਰ ਕੇ ਸਬਰ ਕਰਕੇ ਬਹਿ ਜਾਂਦੀ ਪਰ ਜਦੋਂ ਨਨਾਣ ਪੜ੍ਹਦੀ ਮੈਂ ਉਹਦੇ ਹੱਥ 'ਚ ਕਿਤਾਬ ਵੇਖਦੀ, ਮੈਨੂੰ ਉਹਦੇ 'ਚ ਆਪਦਾ ਝੋਲਾ ਪੈਂਦਾ। ਮੈਨੂੰ ਆਪਦਾ ਸਮਾਂ ਯਾਦ ਆਉਂਦਾ। ਘਰੇ ਕੰਮ ਕਰਦੀ ਤੋਂ ਕਦੇ ਕੋਈ ਗਲਤੀ ਹੋ ਜਾਂਦੀ ਤਾਂ ਸੱਸ ਐਂ ਟੋਕਦੀ ਜਿਵੇਂ ਉਹਦੇ ਤੋਂ ਆਪ ਤੋਂ ਕਦੇ ਕੋਈ ਗਲਤੀ ਨਹੀਂ ਹੁੰਦੀ ਸੀ। ਸਰਵਗੁਣ ਸੰਪੰਨ ਤਾਂ ਕੋਈ ਵੀ ਨਹੀਂ ਹੁੰਦਾ, ਗਲਤੀ ਤਾਂ ਹਰੇਕ ਤੋਂ ਹੁੰਦੀ ਆ। ਸੱਸਾਂ ਜਦੋਂ ਆਪ ਨੂੰਹਾਂ ਹੁੰਦੀਆਂ ਸੀ ਉਦੋਂ ਉਹ ਵੀ ਗਲਤੀ ਕਰਦੀਆਂ ਹੋਣਗੀਆਂ। ਮੈਨੂੰ ਜਮਾਂ ਹੀ ਕਾਮਲੀ ਬਣਾ ਰੱਖਿਆ। ਕਹਿੰਦੇ ਅਕਲ ਹੈ ਨਹੀਂ, ਸਾਰਾ ਦਿਨ ਕੰਮ ਲਾਈ ਰੱਖਦੇ ਆ। ਨਨਾਣ ਕਦੇ ਕੁਛ ਤੇ ਕਦੇ ਕੁਛ ਮੰਗਦੀ ਆ ਖਾਣ ਨੂੰ, ਜਵਾਕਾਂ ਵਰਗੀ ਜਿੱਦ ਕਰਦੀ ਆ। ਫਿਰ ਸੱਸ ਕਹਿੰਦੀ ਆ, ਇੱਕ ਹੀ ਤਾਂ ਤੇਰੀ ਨਨਾਣ ਆ, ਇਹਦੇ ਚਾਅ ਪੂਰੇ ਕਰਿਆ ਕਰ, ਜਾਂ ਬਣਾ ਦੇ ਜਿਹੜਾ ਕੁਛ ਕਹਿੰਦੀ ਆ। ਕੰਮ ਤੋਂ ਵਿਹਲੀ ਹੋ ਕੇ ਜੇ ਆਰਾਮ ਕਰਾਂ, ਥੋੜ੍ਹੀ ਦੇਰ ਪੈ ਜਾਵਾਂ ਤਾਂ ਸੱਸ ਉਦੋਂ ਹੀ ਉਠਾ ਲਓ।
ਨੀ ਉੱਠ ਜਾ, ਹੋਰ ਕਿੰਨਾ ਕੁ ਚਿਰ ਪੈਣਾ, ਘਰ ਦੇ ਕੰਮ ਪਏ ਆ, ਕਰ ਲਾ ਸ਼ਾਮ ਦੀ ਦਾਲ ਰੋਟੀ ਦਾ ਆਹਰ। ਥੱਕੇ ਹੋਏ ਸਰੀਰ ਨਾਲ ਫਿਰ ਤੋਂ ਉੱਠਦੀ ਮੈਂ ਆਖਿਆ, ਸਹੁਰਾ ਘਰ ਹੀ ਆਪਦਾ ਹੀ ਘਰ ਆ, ਆਪਦੇ ਘਰੇ ਕੰਮ ਕਰਨਾ ਤਾਂ ਹਰ ਔਰਤ ਦਾ ਫਰਜ਼ ਹੁੰਦਾ। ਉਸਨੇ ਮੇਰੀ ਗੱਲ ਦਾ ਜਵਾਬ ਇਸ ਤਰ੍ਹਾਂ ਦਿੱਤਾ, ਹਾਂ ਫਰਜ਼ ਹੁੰਦਾ, ਮਸ਼ੀਨ ਵਾਂਗੂ ਸਰੀਰ ਕੌਣ ਚਲਾ ਸਕਦਾ। ਕੰਮ ਕਰਦਾ ਸਰੀਰ ਥੱਕਦਾ ਵੀ ਆ, ਆਰਾਮ ਵੀ ਭਾਲਦਾ। ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਦੀ ਰਹਿੰਦੀ ਹਾਂ। ਰੋਟੀ ਬਣਾ ਕੇ ਪਲੇਟਾਂ 'ਚ ਪਾ ਕੇ ਜਿੱਥੇ ਜਿੱਥੇ ਵੀ ਸਾਰੇ ਜੀ ਬੈਠੇ ਆ ਉੱਥੇ ਦੇ ਕੇ ਆਉਂਦੀ ਹਾਂ। ਮੈਨੂੰ ਸਮਝਾ ਕੇ ਕਹਿੰਦੇ ਆ, ਥੋੜ੍ਹਾ ਤੋਰਾ ਫੇਰਾ ਕਰਿਆ ਕਰ, ਰਸੋਈ 'ਚ ਖੜੀ ਖੜੀ ਥੱਕ ਜਾਂਦੀ ਹੋਵੇਂਗੀ। ਫਿਰ ਮੇਰੇ ਦਿਲ 'ਚ ਸਵਾਲ ਹੁੰਦਾ ਹੈ ਕਿ ਮੈਂ ਤੁਰ ਫਿਰ ਕੇ ਨਹੀਂ ਥੱਕਦੀ। ਉਹਨਾਂ ਨੂੰ ਸਾਰਿਆਂ ਨੂੰ ਸਵੇਰ ਦੀ ਚਾਹ ਵੀ ਟਰੇ 'ਚ ਰੱਖ ਕੇ ਬੈੱਡ 'ਤੇ ਦੇਵਾਂ, ਫਿਰ ਸਾਰੇ ਦਿਨ ਦੇ ਰੋਟੀ ਦੇ ਸਮੇਂ ਰੋਟੀ ਵੀ ਬੈੱਡ 'ਤੇ ਦੇ ਕੇ ਆਵਾਂ, ਫਿਰ ਭਾਂਡੇ ਚੁੱਕ ਕੇ ਲਿਆਵਾਂ। ਕਿ ਮੈਂ ਰੋਜ਼ ਤਾਕਤ ਦੀਆਂ ਗੋਲੀਆਂ ਖਾਂਦੀ ਹਾਂ? ਮੇਰਾ ਸਰੀਰ ਥੱਕਦਾ ਨਹੀਂ? ਮੈਂ ਇਨਸਾਨ ਨਹੀਂ ਹਾਂ? ਫਿਰ ਵੀ ਕਹਿੰਦੇ ਆ, ਤੂੰ ਸਾਰਾ ਦਿਨ ਕਰਦੀ ਹੀ ਕੀ ਆ? ਉਸਨੇ ਆਪਣੀਆਂ ਨੀਂਦ ਨਾਲ ਥੱਕੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ। ਮੈਂ ਆਖਿਆ, ਤੁਸੀਂ ਇਸ ਬਾਰੇ ਆਪਣੇ ਪਤੀ ਨਾਲ ਗੱਲ ਕਿਉਂ ਨਹੀਂ ਕਰਦੇ? ਉਸਨੇ ਆਖਿਆ, ਕੀ ਗੱਲ ਕਰਾਂ ਤੇ ਗੱਲ ਕਰਨੀ ਕੀ ਚਾਹੀਦੀ ਆ ਇਸ ਬਾਰੇ? ਮੈਨੂੰ ਉਹਨਾਂ ਦਾ ਜਵਾਬ ਪਹਿਲਾਂ ਹੀ ਮਿਲ ਚੁੱਕਾ। ਮੈਂ ਉਤਸੁਕਤਾ ਨਾਲ ਪੁੱਛਿਆ, ਕੀ? ਉਸ ਉਦਾਸ ਹੋ ਕੇ ਆਖਿਆ, ਉਹ ਕਹਿੰਦੇ, ਤੂੰ ਕਿਹੜਾ ਦੁਨੀਆ ਦੀਆਂ ਸਾਰੀਆਂ ਔਰਤਾਂ 'ਚੋਂ ਵੱਖਰੀ ਆਂ? ਘਰ ਦਾ ਕੰਮ ਸਾਰੀਆਂ ਕਰਦੀਆਂ, ਤੂੰ ਕਿਹੜਾ ਇਕੱਲੀ ਕਰਦੀ ਆਂ? ਤੇ ਆਪਣੀਆਂ ਅੱਖਾਂ 'ਚ ਹੰਝੂ ਭਰ ਆਈ। ਫਿਰ ਭਰੇ ਹੋਏ ਮਨ ਨਾਲ ਬੋਲੀ। ਸੱਸ ਵੀ ਉਹਨਾਂ ਦੀ ਹਾਂ 'ਚ ਹਾਂ ਮਿਲਾ ਕੇ ਮੈਨੂੰ ਕਹਿੰਦੀ ਆ, ਜਦੋਂ ਮੈਂ ਤੇਰੀ ਉਮਰ ਦੀ ਸੀ ਮੈਂ ਭੱਜ ਭੱਜ ਕੰਮ ਕਰਦੀ ਸੀ, ਤੇਰੇ ਵਾਂਗੂ ਥੱਕਦੀ ਨਹੀਂ ਸੀ। ਫਿਰ ਮੈਨੂੰ ਅੱਗੇ ਤੋਂ ਕੋਈ ਜਵਾਬ ਨਹੀਂ ਆਉਂਦਾ। ਫਿਰ ਉਸ ਮੇਰੇ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਉਹ ਮੇਰੇ ਤੋਂ ਹਮਦਰਦੀ ਤਲਾਸ਼ ਰਹੀ ਹੋਵੇ। ਫਿਰ ਮੈਂ ਉਸਨੂੰ ਆਖਿਆ, ਤੁਹਾਡੀਆਂ ਗੱਲਾਂ ਤੋਂ ਮੈਂ ਇਹੀ ਅੰਦਾਜ਼ਾ ਲਗਾਇਆ ਹੈ ਕਿ ਤੁਹਾਨੂੰ ਟਾਰਚਰ ਕੀਤਾ ਜਾ ਰਿਹਾ ਹੈ। ਤੁਸੀਂ ਕਿਸੇ ਦੀ ਹੈਲਪ ਕਿਉਂ ਨਹੀਂ ਲੈਂਦੇ? ਹੁਣ ਤਾਂ ਔਰਤਾਂ ਦੀ ਮਦਦ ਲਈ ਬਹੁਤ ਸੰਸਥਾਵਾਂ ਕੰਮ ਕਰ ਰਹੀਆਂ ਹਨ। ਇਸ 'ਤੇ ਉਹ ਬੋਲੀ, ਮਦਦ ਲਵਾਂ? ਕੀ ਨਤੀਜਾ ਲੈਣ ਲਈ ਮਦਦ ਲਵਾਂ? ਕਿ ਮੈਂ ਤਲਾਕ ਲੈ ਲਵਾਂ? ਮੇਰਾ ਇੱਕ ਬੱਚਾ ਵੀ ਆ, ਕਿ ਮੈਂ ਉਸ ਦੀ ਜ਼ਿੰਦਗੀ ਖਰਾਬ ਕਰ ਲਵਾਂ? ਅੱਜ ਕੱਲ੍ਹ ਔਰਤਾਂ ਦੀ ਤਲਾਕ ਹੁੰਦੇ ਨੇ, ਫਿਰ ਲੋਕ ਬਿਨਾਂ ਕਿਸੇ ਕਾਰਨ ਨੂੰ ਜਾਣੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਔਰਤਾਂ ਦੇ ਚਰਿੱਤਰ 'ਤੇ ਉਂਗਲੀ ਚੁੱਕਦੇ ਆ। ਗਲਤੀ ਭਾਵੇਂ ਕਿਸੇ ਦੀ ਵੀ ਹੋਵੇ, ਔਰਤ ਨੂੰ ਹੀ ਸੁਣਨਾ ਪੈਂਦਾ। ਇਹਨੂੰ ਆਪਣਾ ਘਰ ਨਹੀਂ ਵਸਾਉਣਾ ਆਇਆ। ਫਿਰ ਉਸਨੇ ਮੇਰੇ ਵੱਲ ਬੜੇ ਧਿਆਨ ਨਾਲ ਵੇਖਿਆ ਤੇ ਕਿਹਾ, ਤੁਸੀਂ ਮੇਰੇ ਕੁਝ ਸਵਾਲਾਂ ਦਾ ਜਵਾਬ ਦਿਓ। ਮੈਂ ਉਸ ਵੱਲ ਵੇਖਿਆ ਤੇ ਉਹ ਬੋਲੀ, ਇਹ ਔਰਤ ਦੀ ਦੁਸ਼ਮਣ ਦਾ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ? ਸੱਸ ਕਦੋਂ ਤੱਕ ਆਪਣੀ ਧੀ ਨੂੰ ਸੋਹਣੇ ਵਾਂਗ ਸਾਂਭ ਸੰਭਾਲ ਕੇ ਰੱਖੂਗੀ ਤੇ ਦੂਜੇ ਦੀ ਧੀ ਨੂੰ ਨੂੰਹ ਬਣਾਉਣ ਤੋਂ ਬਾਅਦ ਨੌਕਰਾਨੀ ਬਣਾ ਕੇ ਰੱਖੂਗੀ? ਪਤੀ ਕਦੋਂ ਤੱਕ ਆਪਣੀ ਪਤਨੀ ਨੂੰ ਸਿਰਫ ਸਾਰੇ ਘਰ ਦਾ ਕੰਮ ਕਰਾਉਣ ਤੱਕ ਹੀ ਸੀਮਤ ਰੱਖੂਗਾ? ਤੇ ਜੇਕਰ ਉਹ ਆਪਣੀ ਪਤਨੀ ਦੀ ਮਦਦ ਕਰੇਗਾ ਤਾਂ ਕਿ ਉਹਦਾ ਮਰਦ ਹੋਣ ਦਾ ਰੁਤਬਾ ਘਟ ਜਾਵੇਗਾ? ਜੇਕਰ ਕੱਲ੍ਹ ਨੂੰ ਮੇਰੇ ਘਰ ਧੀ ਜਨਮ ਲਵੇਗੀ ਤੇ ਕੀ ਉਹ ਵੀ ਇਸੇ ਤਰ੍ਹਾਂ ਵਿਆਹ ਕਰਾ ਕੇ ਘਰ ਦੇ ਕੰਮ ਜੋਗੀ ਹੀ ਰਹਿ ਜਾਵੇਗੀ? ਤੇ ਕੀ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਔਰਤਾਂ ਦੇ ਹਿੱਸੇ ਹੀ ਆਈਆਂ ਹਨ? ਕਿ ਔਰਤ ਨੂੰ ਆਰਾਮ ਕਰਨ ਦਾ ਹੱਕ ਨਹੀਂ ਆ? ਉਹ ਲਗਾਤਾਰ ਬੋਲਦੀ ਜਾ ਰਹੀ ਸੀ ਤੇ ਮੈਨੂੰ ਉਸ ਦੀਆਂ ਗੱਲਾਂ ਸੁਣ ਕੇ ਲੱਗ ਰਿਹਾ ਸੀ ਕਿ ਇਹ ਕਹਾਣੀ ਸਿਰਫ ਉਸਦੀ ਹੀ ਨਹੀਂ ਹੈ, ਕਿਤੇ ਨਾ ਕਿਤੇ ਇਹ ਕਹਾਣੀ ਸਮਾਜ ਦੀ ਹਰ ਉਸ ਔਰਤ ਦੀ ਹੈ ਜਿਨ੍ਹਾਂ ਨੂੰ ਨੂੰਹ ਤੋਂ ਧੀ ਘੱਟ ਤੇ ਘਰ ਦਾ ਕੰਮ ਕਰਨ ਵਾਲੀ ਨੌਕਰਾਨੀ ਬਣਾ ਕੇ ਜ਼ਿੰਮੇਵਾਰੀ ਦੇ ਬੋਝ ਥੱਲੇ ਉਸਦੇ ਸੁਪਨੇ ਤੇ ਅਰਮਾਨ ਦੱਬ ਦਿੱਤੇ ਜਾਂਦੇ ਹਨ। ਮੇਰੇ ਕੋਲ ਉਸਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਮੈਂ ਨਿਸ਼ਬਦ ਹੋ ਕੇ ਉਸ ਵੱਲ ਵੇਖੀ ਜਾ ਰਹੀ ਸੀ ਤੇ ਮੇਰੀਆਂ ਅੱਖਾਂ ਭਰ ਆਈਆਂ। ਮੇਰੇ ਵੀ ਦਿਲ 'ਚ ਆਇਆ ਕਿ ਔਰਤਾਂ ਦਾ ਆਤਮ ਸਨਮਾਨ ਇਸੇ ਤਰ੍ਹਾਂ ਕੁਚਲਿਆ ਜਾਂਦਾ ਰਹੇਗਾ। ਮੈਂ ਉਸਨੂੰ ਪੁੱਛਿਆ, ਤੁਹਾਡਾ ਨਾਂ ਕੀ ਹੈ? ਉਸਦੇ ਕਹੇ ਹੋਏ ਸ਼ਬਦ ਮੇਰਾ ਸੀਨਾ ਚੀਰ ਗਏ। ਉਸਨੇ ਜਵਾਬ ਹੀ ਇਸ ਤਰ੍ਹਾਂ ਦਾ ਦਿੱਤਾ। ਉਸਨੇ ਕਿਹਾ, ਮੇਰਾ ਨਾਂ ਹੈ ਢੀਠ ਔਰਤ। ਮੈਂ ਇਹ ਸੁਣ ਕੇ ਹੀ ਸੁੰਨ ਹੋ ਗਈ। ਉਸਨੇ ਅੱਗੇ ਆਖਿਆ, ਮੇਰੇ ਹਿਸਾਬ ਨਾਲ ਦੁਨੀਆ ਦੀ ਉਹ ਹਰ ਔਰਤ ਢੀਠ ਹੈ ਜਿਹੜੀ ਆਪਣੇ ਸਹੁਰੇ ਪਰਿਵਾਰ ਦੀਆਂ ਜ਼ਿਆਦਤੀਆਂ ਸਹਿ ਕੇ ਆਪਣੇ ਬੱਚਿਆਂ ਦਾ ਸੋਚ ਕੇ ਆਪਣਾ ਘਰ ਵਸਾਉਣ ਬਾਰੇ ਸੋਚਦੀ ਹੈ। ਉਹ ਹਰ ਔਰਤ ਢੀਠ ਹੈ ਜਿਹੜੀ ਆਪਣੀ ਕਦਰ ਗਵਾ ਕੇ ਆਪਣੇ ਆਤਮ ਸਨਮਾਨ ਨੂੰ ਠੇਸ ਪਹੁੰਚਾ ਕੇ ਦੁਬਾਰਾ ਆਪਣੇ ਹੰਝੂ ਪੋਂਛ ਕੇ
ਆਪਣੇ ਬੱਚਿਆਂ ਦੀ ਖੁਸ਼ੀ ਲਈ ਹੱਸਦੀ ਤੇ ਮੁਸਕਰਾਉਂਦੀ ਹੈ। ਉਹ ਆਪਣੇ ਹੰਝੂ ਪੋਛ ਕੇ ਮੁਸਕਰਾਈ ਤੇ ਬੈਂਚ ਤੋਂ ਉੱਠੀ ਤੇ ਆਪਣੇ ਘਰ ਵੱਲ ਨੂੰ ਤੁਰ ਪਈ। ਮੈਂ ਅੱਖਾਂ 'ਚ ਹੰਝੂ ਭਰ ਕੇ ਨੀਵੀਂ ਪਾਈ ਬੈਠੀ ਰਹੀ ਤੇ ਹੁਣ ਮੈਂ ਉਸ ਦੀਆਂ ਗੱਲਾਂ 'ਚੋਂ ਇੱਕ ਕਹਾਣੀ ਬੁਣ ਲਈ ਤੇ ਕਹਾਣੀ ਦਾ ਟਾਈਟਲ ਵੀ ਉਸੇ ਦੇ ਹੀ ਸ਼ਬਦਾਂ ਵਿੱਚੋਂ ਰੱਖ ਦਿੱਤਾ। ਧੰਨਵਾਦ ਜੀ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ। ਧੰਨਵਾਦ ਜੀ।